ਨਿਸ਼ਾ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ। ਉਹ ਪੜ੍ਹ ਕੇ ਨੌਕਰੀ ਕਰਨਾ ਚਾਹੁੰਦੀ ਸੀ, ਪਰ ਉਸਦੇ ਮਾਂ-ਬਾਪ ਦਾ ਵੱਸ ਚੱਲਦਾ ਤਾਂ ਉਸਦਾ ਵਿਆਹ 10ਵੀਂ ਤੋਂ ਬਾਅਦ ਹੀ ਕਰ ਦਿੰਦੇ। ਉਸਦੀ ਮਾਂ ਨੇ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ। ਨਿਸ਼ਾ ਨੇ ਕਿਹਾ ਕਿ ਮਾਂ, ਮੈਂ ਤੁਹਾਨੂੰ ਇਸ ਘਰ ਵਿੱਚ ਚੰਗੀ ਨਹੀਂ ਲੱਗਦੀ। ਤੁਸੀਂ ਜੋ ਮੈਨੂੰ ਘਰੋਂ ਕੱਢਣ ਦੀ ਕਾਹਲੀ ਵਿੱਚ ਹੋ। ਮੈਂ ਹਾਲੇ ਪੜ੍ਹਨਾ ਹੈ ਤੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਹਾਂ। ਮੈਂ ਹਾਲੇ ਵਿਆਹ ਨਹੀਂ ਕਰਨਾ। ਤੁਹਾਨੂੰ ਕੋਈ ਲੋੜ ਨਹੀਂ ਮੇਰੇ ਲਈ ਰਿਸ਼ਤਾ ਲੱਭਣ ਦੀ। ਨਿਸ਼ਾ ਨੇ ਗੁੱਸੇ ਵਿੱਚ ਕਿਹਾ। ਉਸਦੀ ਮਾਂ ਨੂੰ ਕੁੜੀਆਂ ਦਾ ਅੱਗੇ ਬੋਲਣਾ ਬਿਲਕੁਲ ਪਸੰਦ ਨਹੀਂ ਸੀ। ਇਸ ਲਈ ਉਹ ਨਿਸ਼ਾ ਨੂੰ ਜ਼ਿਆਦਾ ਪੜ੍ਹਨ ਦੇ ਖਿਲਾਫ ਸੀ ਕਿ ਕੁੜੀਆਂ ਪੜ੍ਹ ਲਿਖ ਕੇ ਜ਼ਿਆਦਾ ਬੋਲਦੀਆਂ ਹਨ। ਉਸਦਾ ਬਸ ਚੱਲਦਾ ਤਾਂ 10ਵੀਂ ਤੋਂ ਬਾਅਦ ਹੀ ਉਸਦਾ ਵਿਆਹ ਕਰ ਦਿੰਦੀ। ਨਿਸ਼ਾ ਦੇ ਪਾਪਾ ਹਮੇਸ਼ਾ ਉਸਦਾ ਸਾਥ ਦਿੰਦੇ ਸਨ। ਉਹਨਾਂ ਕਿਹਾ, ਜੇਕਰ ਮੇਰੀ ਧੀ ਪੜ੍ਹਨਾ ਚਾਹੁੰਦੀ ਹੈ ਤਾਂ ਉਸਨੂੰ ਪੜ੍ਹਨ ਦੇ। ਤੈਨੂੰ ਕਿਉਂ ਵਿਆਹ ਦੀ ਕਾਹਲੀ ਹੈ? ਜੇਕਰ ਕੁੜੀ ਪੜ੍ਹ ਲਿਖ ਜਾਊਗੀ ਤਾਂ ਆਪਣੇ ਪੈਰਾਂ ਤੇ ਖੜੀ ਹੋ ਜਾਊ। ਔਖੇ ਸਮੇਂ ਵਿੱਚ ਹਮੇਸ਼ਾ ਪੜ੍ਹਾਈ ਕੰਮ ਆਉਂਦੀ ਹੈ। ਅੱਜ ਕੱਲ੍ਹ ਦੀਆਂ ਕੁੜੀਆਂ ਪੜ੍ਹੀਆਂ ਲਿਖੀਆਂ ਹਨ, ਆਪਣੇ ਪੈਰਾਂ ਤੇ ਖੜੀਆਂ ਨੇ, ਆਦਮੀ ਦੇ ਨਾਲ ਕਦਮ ਤੇ ਕਦਮ ਮਿਲਾ ਕੇ ਚੱਲਦੀਆਂ ਨੇ। ਵਿਆਹ ਦਾ ਕੀ ਹੈ, ਕਦੀ ਵੀ ਹੋ ਸਕਦਾ ਹੈ। ਨਿਸ਼ਾ ਦੀ ਕਿਹੜੀ ਉਮਰ ਲੰਘੀ ਜਾਂਦੀ ਹੈ। ਕੋਈ ਲੋੜ ਨਹੀਂ ਮੇਰੀ ਧੀ ਦੇ ਵਿਆਹ ਦੀ ਗੱਲ ਕਰਨ ਦੀ। ਨਿਸ਼ਾ ਦੇ ਪਿਓ ਨੇ ਨਿਸ਼ਾ ਦੀ ਪੜ੍ਹਾਈ ਜਾਰੀ ਰੱਖੀ। ਨਿਸ਼ਾ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਤੇ ਉਸਦੇ ਪਾਪਾ ਨੇ ਉਸਦਾ ਦਾਖਲਾ MA ਵਿੱਚ ਕਰਵਾ ਦਿੱਤਾ। ਉਹ ਬਹੁਤ ਖੁਸ਼ ਸੀ, ਪਰ ਉਸਦੀ ਇਹ ਖੁਸ਼ੀ ਜ਼ਿਆਦਾ ਦਿਨ ਦੀ ਨਹੀਂ ਸੀ। ਉਸਦੇ ਪਾਪਾ ਦਾ ਐਕਸੀਡੈਂਟ ਵਿੱਚ ਦੇਹਾਂਤ ਹੋ ਗਿਆ। ਉਸਦਾ ਰੋ ਰੋ ਕੇ ਬੁਰਾ ਹਾਲ ਸੀ। ਉਸਨੂੰ ਇਹ ਸੀ ਕਿ ਉਹ ਵੀ ਆਪਣੇ ਪਾਪਾ ਨਾਲ ਮਰ ਜਾਵੇਗੀ, ਪਰ ਆਪਣੀ ਮਾਂ ਦੀ ਹਾਲਤ ਦੇਖ ਕੇ ਉਸਨੂੰ ਆਪਣੇ ਆਪ ਨੂੰ ਸੰਭਾਲਣਾ ਸੀ, ਕਿਉਂਕਿ ਉਹ ਦੋਨੋਂ ਹੀ ਇੱਕ ਦੂਜੇ ਲਈ ਸਹਾਰਾ ਸੀ। ਨਿਸ਼ਾ ਦੇ ਪਾਪਾ ਦੀ ਇੱਕ ਦੁਕਾਨ ਸੀ ਜੋ ਹੁਣ ਕਿਰਾਏ ਤੇ ਸੀ। ਨਿਸ਼ਾ ਦੇ ਸੁਪਨੇ ਜਿੱਦਾਂ ਪੂਰੇ ਨਹੀਂ ਸੀ ਹੋਣੇ। ਉਸਦੀ ਮਾਂ ਨੇ ਉਸਦਾ ਰਿਸ਼ਤਾ ਤੈਅ ਕਰ ਦਿੱਤਾ। ਨਿਸ਼ਾ ਨੇ ਬਹੁਤ ਰੌਲਾ ਪਾਇਆ, ਪਰ ਉਸਦੀ ਮਾਂ ਨੇ ਕਿਹਾ ਕਿ ਤੈਨੂੰ ਇਹ ਵਿਆਹ ਕਰਵਾਉਣਾ ਪੈਣਾ। ਜੇਕਰ ਤੂੰ ਨਾ ਕਰ ਦਿੱਤੀ ਤਾਂ ਮੇਰੀ ਸਮਾਜ ਵਿੱਚ ਬਦਨਾਮੀ ਹੋਵੇਗੀ। ਤੇਰੇ ਪਿਓ ਦੇ ਜਾਣ ਮਗਰੋਂ ਮੈਨੂੰ ਹੁਣ ਮੇਰੇ ਸਾਹਾਂ ਤੇ ਭਰੋਸਾ ਨਹੀਂ ਹੈ। ਨਿਸ਼ਾ ਨੇ ਬਹੁਤ ਮਿੰਨਤਾਂ ਕੀਤੀਆਂ ਕਿ ਮਾਂ, ਮੈਨੂੰ ਪੜ੍ਹਾਈ ਪੂਰੀ ਕਰ ਲੈਣ ਦਿਓ, ਫਿਰ ਜਿਵੇਂ ਕਹੋਗੇ ਉਦਾਂ ਹੀ ਕਰ ਲੂੰਗੀ। ਉਹ ਕਹਿਣ ਲੱਗੀ, ਤੇਰੇ ਸਹੁਰੇ ਗੱਲ ਕਰ ਲਈ ਹੈ, ਜਿੰਨਾ ਮਰਜ਼ੀ ਪੜ੍ਹੀ, ਕੋਈ ਰੋਕ ਟੋਕ ਨਹੀਂ ਹੋਣੀ, ਪਰ ਮੈਂ ਤੇਰਾ ਵਿਆਹ ਕਰਕੇ ਸਕੂਨ ਨਾਲ ਮਰ ਸਕਾਂ। ਨਿਸ਼ਾ ਨੇ ਵਿਆਹ ਨੂੰ ਹਾਂ ਕਰ ਦਿੱਤੀ। ਵਿਆਹ ਹੋ ਗਿਆ। ਘਰ ਵਿੱਚ ਉਸਦੀ ਸੱਸ ਤੇ ਘਰ ਵਾਲਾ ਹੀ ਸੀ। ਦੋਨੋਂ ਉਸਨੂੰ ਪਿਆਰ ਕਰਦੇ ਸੀ। ਨਿਸ਼ਾ ਬਹੁਤ ਖੁਸ਼ ਸੀ। ਕੁਝ ਦਿਨ ਬਾਅਦ ਨਿਸ਼ਾ ਨੇ ਆਪਣੇ ਘਰ ਵਾਲੇ ਰਾਜ ਨੂੰ ਕਿਹਾ ਕਿ ਮੈਂ ਕੱਲ ਤੋਂ ਕਾਲਜ ਚਲੀ ਜਾਊਂ, ਕਿਉਂਕਿ ਵਿਆਹ ਕਰਕੇ ਬਹੁਤ ਛੁੱਟੀਆਂ ਹੋ ਗਈਆਂ ਹਨ। ਰਾਜ ਉਸਦੇ ਮੂੰਹ ਵੱਲ ਦੇਖ ਕੇ ਕਹਿਣ ਲੱਗਾ, ਕੀ ਬੋਲ ਰਹੀ ਹੈ? ਕਿਹੜਾ ਕਾਲਜ? ਕਿਤੇ ਨਹੀਂ ਜਾਣਾ। ਚੁੱਪ ਕਰਕੇ ਘਰ ਦਾ ਕੰਮ ਕਰ। ਮੈਨੂੰ ਨਹੀਂ ਪਸੰਦ ਮੇਰੀ ਘਰ ਵਾਲੀ ਘਰ ਤੋਂ ਬਾਹਰ ਜਾਵੇ। ਜੇ ਪੜ੍ਹਨਾ ਸੀ ਤਾਂ ਵਿਆਹ ਨਾ ਕਰਵਾਉਂਦੀ। ਕਿਹਨੇ ਕਿਹਾ ਸੀ? ਨਿਸ਼ਾ ਬੋਲੀ, ਤੁਸੀਂ ਮੇਰੀ ਮਾਂ ਨੂੰ ਕਿਹਾ ਹੈ ਕਿ ਤੁਸੀਂ ਮੈਨੂੰ ਵਿਆਹ ਤੋਂ ਬਾਅਦ ਪੜ੍ਹਨ ਦੇਵੋਗੇ। ਰਾਜ ਨੇ ਕਿਹਾ, ਮੈਂ ਕੋਈ ਗੱਲ ਨਹੀਂ ਕੀਤੀ ਤੇ ਨਾ ਹੀ ਤੇਰੀ ਮਾਂ ਨੇ ਸਾਡੇ ਨਾਲ ਕੀਤੀ। ਨਿਸ਼ਾ ਨੇ ਕਿਹਾ, ਮੈਂ ਬਹੁਤ ਮਿਹਨਤ ਕੀਤੀ ਹੈ, ਮੈਂ ਆਪਣੀ ਪੜ੍ਹਾਈ ਨਹੀਂ ਛੱਡ ਸਕਦੀ। ਤੇ ਰਾਜ ਨੇ ਕਿਹਾ, ਇਹ ਤੇਰਾ ਤੇ ਤੇਰੀ ਮਾਂ ਦਾ ਆਪਸੀ ਮਾਮਲਾ ਹੈ, ਮੈਂ ਇਸ ਵਿੱਚ ਨਹੀਂ ਆਉਣਾ ਚਾਹੁੰਦਾ। ਨਿਸ਼ਾ ਰੋਣ ਲੱਗੀ ਤੇ ਸੋਚਣ ਲੱਗੀ ਕਿ ਮਾਂ, ਕੀ ਮੈਂ ਇੰਨੀ ਬੁਰੀ ਧੀ ਸੀ? ਤੁਸੀਂ ਮੇਰੇ ਸੁਪਨੇ ਤੋੜ ਦਿੱਤੇ। ਮੈਂ ਕਦੀ ਤੁਹਾਡੇ ਦੋਨਾਂ ਦੇ ਖਿਲਾਫ ਜਾ ਕੇ ਕੋਈ ਕੰਮ ਨਹੀਂ ਕੀਤਾ, ਫਿਰ ਮੇਰੇ ਨਾਲ ਤੁਸੀਂ ਏਦਾਂ ਕਿਉਂ ਕੀਤਾ? ਨਿਸ਼ਾ ਨੇ ਹਿੰਮਤ ਨਾ ਹਾਰੀ ਤੇ ਸੋਚਣ ਲੱਗੀ ਕਿ ਮੇਰੀ ਸੱਸ ਮੈਨੂੰ ਬਹੁਤ ਪਿਆਰ ਕਰਦੀ ਹੈ, ਉਹ ਮੈਨੂੰ ਜ਼ਰੂਰ ਪੜ੍ਹਨ ਦੇਣਗੇ। ਉਹ ਅਗਲੀ ਸਵੇਰ ਆਪਣੀ ਸੱਸ ਦੇ ਕਮਰੇ ਵਿੱਚ ਗਈ ਤੇ ਕਹਿਣ ਲੱਗੀ, ਮੰਮੀ, ਮੈਂ ਤੁਹਾਡੇ ਨਾਲ ਗੱਲ ਕਰਨ ਆਈ ਹਾਂ। ਉਸਦੀ ਸੱਸ ਨੇ ਕਿਹਾ ਕਿ ਪੁੱਤ ਅੰਦਰ ਆ, ਮੇਰੇ ਕੋਲ ਬਹਿ, ਦੱਸ ਕੀ ਕਹਿਣਾ ਹੈ ਮੇਰੀ ਧੀ ਨੇ। ਇੰਨਾ ਪਿਆਰ ਦੇਖ ਕੇ ਨਿਸ਼ਾ ਨੇ ਹਿੰਮਤ ਕੀਤੀ ਤੇ ਕਿਹਾ ਕਿ ਮਾਂ, ਮੇਰੀ ਪੜ੍ਹਾਈ ਦਾ ਆਖਰੀ ਸਾਲ ਹੈ, ਮੈਂ ਬਹੁਤ ਮਿਹਨਤ ਕੀਤੀ ਹੈ। ਰਾਜ ਮੈਨੂੰ ਕਾਲਜ ਜਾਣ ਦੀ ਇਜਾਜ਼ਤ ਨਹੀਂ ਦੇ ਰਹੇ। ਤੁਸੀਂ ਉਹਨਾਂ ਨੂੰ ਕਹੋ ਕਿ ਮੈਨੂੰ ਜਾਣ ਦੇਣ। ਸੱਸ ਦੀ ਆਵਾਜ਼ ਇੱਕਦਮ ਬਦਲ ਗਈ ਤੇ ਬੋਲੀ, ਕੀ ਤੂੰ ਇਸ ਘਰ ਦੀ ਇੱਜ਼ਤ ਹੈ? ਤੂੰ ਇਸ ਚਾਰ ਦੀਵਾਰੀ ਵਿੱਚ ਰਹਿਣਾ ਹੈ। ਅਸੀਂ ਆਪਣੀ ਸਮਾਜ ਵਿੱਚ ਬੇਇੱਜ਼ਤੀ ਨਹੀਂ ਕਰਵਾਉਣੀ। ਤੈਨੂੰ ਆਪਣੇ ਘਰ ਵਿੱਚ ਹੀ ਰਹਿਣਾ ਪੈਣਾ। ਨਿਸ਼ਾ ਦਾ ਦਿਲ ਟੁਕੜੇ ਟੁਕੜੇ ਹੋ ਗਿਆ ਸੀ। ਆਖਰੀ ਉਮੀਦ ਵੀ ਟੁੱਟ ਗਈ ਸੀ। ਉਸ ਨੇ ਆਪਣੀ ਸੱਸ ਨੂੰ ਕਿਹਾ, ਠੀਕ ਹੈ ਮਾਂ, ਅੱਜ ਤੋਂ ਬਾਅਦ ਮੈਂ ਇਹ ਗੱਲ ਨਹੀਂ ਕਰਾਂਗੀ ਤੇ ਨਾ ਹੀ ਰਾਜ ਨਾਲ ਬਹਿਸ ਕਰਾਂਗੀ। ਇਹ ਕਹਿ ਕੇ ਉਹ ਆਪਣੇ ਕਮਰੇ ਵਿੱਚ ਆ ਗਈ ਸੀ। ਉਹ ਸੋਚ ਰਹੀ ਸੀ ਕਿ ਜਿਸ ਨੇ ਮੇਰੇ ਸੁਪਨੇ ਤੋੜੇ ਨੇ, ਸਭ ਤੋਂ ਬਦਲਾ ਲੈਣਾ ਹੈ। ਮੈਂ ਕਿਸੇ ਨੂੰ ਮਾਫ਼ ਨਹੀਂ ਕਰਨਾ। ਮੇਰੇ ਸੁਪਨੇ ਤੋੜਨ ਦਾ ਹੱਕ ਕਿਸੇ ਨੂੰ ਨਹੀਂ ਹੈ। ਨਿਸ਼ਾ ਨੇ ਇੱਕ ਤਰਤੀਬ ਸੋਚੀ ਤੇ ਵਿਆਹ ਤੋਂ 15 ਦਿਨ ਬਾਅਦ ਉਸ ਦੀ ਸੱਸ ਰਸੋਈ ਵਿੱਚ ਆਟਾ ਗੁੰਨ ਰਹੀ ਸੀ। ਨਿਸ਼ਾ ਨੇ ਆਪਣੀ ਸੱਸ ਦੇ ਹੱਥ ਵਿੱਚ ਇੱਕ ਛੋਟੀ ਜਿਹੀ ਬੋਤਲ ਦਿੱਤੀ ਤੇ ਕਹਿਣ ਲੱਗੀ, ਮਾਂ, ਇਸ ਨਾਲ ਆਟਾ ਗੁੰਨੋ ਤਾਂ ਘਰ ਵਿੱਚ ਪੈਸੇ ਦੀ ਬਾਰਿਸ਼ ਹੋ ਜਾਊ। ਉਸ ਦੀ ਸੱਸ ਕਹਿਣ ਲੱਗੀ ਕਿ ਤੂੰ ਤਾਂ ਘਰ ਸੀ ਤੇ ਨਾ ਹੀ ਕੋਈ ਆਇਆ, ਫਿਰ ਇਹ ਪਾਣੀ ਕੌਣ ਦੇ ਕੇ ਗਿਆ? ਤਾਂ ਨਿਸ਼ਾ ਨੇ ਕਿਹਾ ਕਿ ਨਾ ਹੀ ਮੈਂ ਕਿਤੇ ਗਈ ਤੇ ਨਾ ਹੀ ਕੋਈ ਆਇਆ।
ਇਹ ਤਾਂ ਇੱਕ ਬਾਬੇ ਨੇ ਮੈਨੂੰ ਮੰਤਰ ਦੱਸੇ ਸੀ, ਉਹ ਪੜ੍ਹ ਕੇ ਪਾਣੀ ਤਿਆਰ ਕੀਤਾ। ਜੇਕਰ ਤੁਸੀਂ ਇਸਨੂੰ ਆਟੇ ਵਿੱਚ ਨਹੀਂ ਪਾਣਾ ਤਾਂ ਰਹਿਣ ਦਿਓ, ਮੈਨੂੰ ਬੁਰਾ ਨਹੀਂ ਲੱਗਣਾ। ਤਾਂ ਨਿਸ਼ਾ ਦੀ ਸੱਸ ਬੋਲੀ, ਪੁੱਤ ਤੂੰ ਮੇਰੀ ਧੀ ਹੈ, ਵੈਸੇ ਵੀ ਤੂੰ ਕਾਲਜ ਵਾਲੀ ਜਿੱਦ ਛੱਡ ਕੇ ਮੇਰਾ ਕਹਿਣਾ ਮੰਨਿਆ ਤਾਂ ਮੈਂ ਤੈਨੂੰ ਜ਼ਿਆਦਾ ਪਿਆਰ ਕਰਦੀ ਹਾਂ। ਮੈਂ ਜੋ ਵੀ ਤੈਨੂੰ ਕਹਾਂ ਤੇਰੇ ਚੰਗੇ ਲਈ ਕਿਹਾ ਸੀ, ਤੂੰ ਆਪਣੇ ਦਿਲ ਵਿੱਚ ਮੇਰੇ ਲਈ ਕੋਈ ਮੈਲ ਨਾ ਰੱਖੀ। ਇਹ ਕਹਿ ਕੇ ਉਸਦੀ ਸੱਸ ਨੇ ਆਟਾ ਉਸ ਪਾਣ ਨਾਲ ਗੁੰਨ ਦਿੱਤਾ। ਇਹ ਕਰਕੇ ਨਿਸ਼ਾ ਆਪਣੇ ਕਮਰੇ ਵਿੱਚ ਆਈ ਤੇ ਬਹੁਤ ਖੁਸ਼ ਸੀ ਕਿ ਉਸਦੀ ਸੱਸ ਉਸਦੀਆਂ ਗੱਲਾਂ ਵਿੱਚ ਆ ਗਈ ਸੀ। ਸਬਜ਼ੀ ਨਿਸ਼ਾ ਬਣਾ ਚੁੱਕੀ ਸੀ ਤੇ ਰੋਟੀ ਸੱਸ ਨੇ ਬਣਾਈ। ਫਿਰ ਰੋਟੀ ਖਾ ਕੇ ਸੌਣ ਚਲੀ ਗਈ। ਨਿਸ਼ਾ ਨੇ ਭਾਂਡੇ ਸਾਫ਼ ਕੀਤੇ ਤੇ ਆਰਾਮ ਕਰਨ ਲੱਗੀ। ਫਿਰ ਕੁਝ ਸਮੇਂ ਬਾਅਦ ਉਹ ਆਪਣੀ ਸੱਸ ਲਈ ਤੇ ਆਪਣੇ ਲਈ ਚਾਹ ਬਣਾ ਕੇ 2 ਕੱਪ ਟਰੇ ਵਿੱਚ ਲੈ ਕੇ ਆਈ ਤੇ ਕਿਹਾ ਕਿ ਤੁਸੀਂ ਤਾਂ ਮੰਮੀ ਅੱਜ ਬਹੁਤ ਸੁੱਤੇ, ਮੈਂ ਕਿੰਨੀ ਵਾਰੀ ਤੁਹਾਡੇ ਕਮਰੇ ਵਿੱਚ ਆਈ, ਚਲੋ ਚਾਹ ਪੀ ਲਓ। ਤੇ ਉਸਦੀ ਸੱਸ ਨੇ ਕਿਹਾ, ਇਹ ਹਜ਼ਾਰ ਦੇ ਨੋਟ ਕਿੱਥੋਂ ਆਏ? ਤਾਂ ਨਿਸ਼ਾ ਬੋਲੀ ਕਿ ਤੁਹਾਨੂੰ ਦੱਸਿਆ ਤਾਂ ਸੀ ਕਿ ਪੈਸੇ ਆਪ ਹੀ ਆਉਣਗੇ। ਮੈਂ ਚਾਹ ਬਣਾਉਣ ਗਈ ਤਾਂ ਗੈਸ ਕੋਲ ਪਏ ਸੀ, ਤੁਸੀਂ ਨਹੀਂ ਰੱਖੇ ਕਿਉਂਕਿ ਤੁਸੀਂ ਰੋਟੀ ਖਾ ਕੇ ਸੌਂ ਗਏ ਸੀ। ਉਸਦੀ ਸੱਸ ਰੱਬ ਦਾ ਸ਼ੁਕਰ ਕਰਨ ਲੱਗੀ। ਏਦਾਂ ਰੋਜ਼ ਹੋਣ ਲੱਗਾ। ਨਿਸ਼ਾ ਪਾਣੀ ਦੀ ਬੋਤਲ ਆਪਣੀ ਸੱਸ ਨੂੰ ਦਿੰਦੀ ਤੇ ਆਟਾ ਗੁੰਨ ਕੇ ਫਿਰ ਰੋਟੀ ਖਾ ਕੇ ਉਹ ਸੌਂ ਜਾਂਦੀ, ਕਿਉਂਕਿ ਰੋਟੀ ਖਾ ਕੇ ਉਹਨੂੰ ਨੀਂਦ ਆ ਜਾਂਦੀ ਸੀ। ਉਹ ਨਿਸ਼ਾ ਨੂੰ ਸਾਰਾ ਦਿਨ ਦੁਆਵਾਂ ਦਿੰਦੀ, ਤਾਰੀਫ ਕਰਦੀ ਕਿ ਮੇਰੀ ਨੂੰ ਭਾਗਾਂ ਵਾਲੀ ਹੈ। ਇੱਕ ਦਿਨ ਉਸਦੇ ਮਨ ਵਿੱਚ ਆਇਆ ਕਿ ਮੈਂ ਤੇ ਨਿਸ਼ਾ ਇਕੱਠੇ ਰੋਟੀ ਖਾਂਦੇ ਹਾਂ, ਮੈਨੂੰ ਨੀਂਦ ਆਉਂਦੀ ਹੈ ਪਰ ਉਸਨੂੰ ਨਹੀਂ ਆਉਂਦੀ, ਪੈਸੇ ਵੀ ਉਸਨੂੰ ਹੀ ਮਿਲਦੇ ਹਨ, ਮੈਨੂੰ ਨਹੀਂ। ਫਿਰ ਸੋਚਿਆ ਕਿ ਮੈਂ ਨਿਸ਼ਾ ਨੂੰ ਪੁੱਛ ਲੈਣਾ ਕਿ ਇਹ ਕੀ ਗੱਲ ਹੈ। ਉਸਦੀ ਸੱਸ ਨੇ ਕਿਹਾ, ਨਿਸ਼ਾ ਮੈਨੂੰ ਕਿਉਂ ਨੀਂਦ ਆਉਂਦੀ ਹੈ ਤੇ ਤੈਨੂੰ ਕਿਉਂ ਨਹੀਂ ਆਉਂਦੀ, ਤੇ ਹਮੇਸ਼ਾ ਤੈਨੂੰ ਹੀ ਪੈਸੇ ਮਿਲਦੇ ਹਨ, ਮੈਨੂੰ ਨਹੀਂ ਮਿਲਦੇ, ਇਹ ਕਿਉਂ? ਨਿਸ਼ਾ ਨੇ ਕਿਹਾ ਕਿ ਮੈਂ ਪਾਠ ਕਰਦੀ ਹਾਂ, ਇਸ ਲਈ ਮੈਨੂੰ ਨੀਂਦ ਨਹੀਂ ਆਉਂਦੀ, ਤੁਸੀਂ ਇਸ ਦੀ ਤਾਕਤ ਨਹੀਂ ਸਹਿ ਪਾਉਂਦੇ, ਇਸ ਲਈ ਸੌਂ ਜਾਂਦੇ ਹੋ, ਤੇ ਪੈਸਾ ਤਾਂ ਮੈਨੂੰ ਹੀ ਮਿਲਣਗੇ ਕਿਉਂਕਿ ਮੰਤਰ ਮੈਂ ਪੜ੍ਹਦੀ ਹਾਂ। ਜੇਕਰ ਤੁਹਾਨੂੰ ਫੇਰ ਵੀ ਸ਼ੱਕ ਹੈ, ਤੁਸੀਂ ਪਾਣੀ ਆਟੇ ਵਿੱਚ ਨਾ ਮਿਲਾਓ, ਮੈਂ ਤਾਂ ਘਰ ਦੇ ਫਾਇਦੇ ਲਈ ਸਭ ਕੁਝ ਕਰਦੀ ਹਾਂ। ਨਿਸ਼ਾ ਨੇ ਬੜੇ ਸਲੀਕੇ ਨਾਲ ਕਿਹਾ। ਨਿਸ਼ਾ ਦੀ ਸੱਸ ਸ਼ਰਮਿੰਦਾ ਹੋ ਗਈ ਤੇ ਮਾਫੀ ਮੰਗਣ ਲੱਗੀ, ਰੋਟੀ ਖਾਣ ਲੱਗੀ। ਇਹ ਸਭ ਕਾਫੀ ਟਾਈਮ ਤੱਕ ਚੱਲਦਾ ਰਿਹਾ। ਇੱਕ ਦਿਨ ਨਿਸ਼ਾ ਦੀ ਸੱਸ ਨੇ ਸੋਚਿਆ, ਅੱਜ ਮੈਂ ਪਾਣੀ ਨਾਲ ਆਟਾ ਨਹੀਂ ਗੁੰਨਣਾ ਤੇ ਨਿਸ਼ਾ ਨੂੰ ਵੀ ਨਹੀਂ ਦੱਸਣਾ। ਫਿਰ ਰੋਟੀ ਬਣਾਈ, ਦੋਨਾਂ ਨੇ ਖਾਈ ਤੇ ਫਿਰ ਨਿਸ਼ਾ ਦੀ ਸੱਸ ਰੋਜ਼ ਵਾਂਗ ਸੌਣ ਚਲੀ ਗਈ। ਪਰ ਅੱਜ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਉਹ ਬਸ ਦਿਖਾਵਾ ਕਰਨ ਲਈ ਅੱਖਾਂ ਬੰਦ ਕਰਕੇ ਪੈ ਗਈ ਤੇ ਫਿਰ ਗੇਟ ਖੋਲਣ ਦੀ ਆਵਾਜ਼ ਆਈ। ਨਿਸ਼ਾ ਦੀ ਸੱਸ ਨੇ ਕਿਹਾ, ਮੈਨੂੰ ਪਤਾ ਸੀ ਕਿ ਮੇਰੀ ਨੂੰ ਮੇਰੇ ਨੱਕ ਨੀਚੇ ਕੁਝ ਗੜਬੜ ਕਰ ਰਹੀ ਹੈ, ਪਰ ਉਹ ਆਪਣੇ ਕਮਰੇ ਵਿੱਚ ਹਾਲੇ ਬੁੜਬੁੜ ਕਰ ਹੀ ਰਹੀ ਸੀ ਕਿ ਰਾਜ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ ਕਿ ਮਾਂ ਦਾ ਕੀ ਹਾਲ ਹੈ। ਨਿਸ਼ਾ ਨੇ ਕਿਹਾ ਕਿ ਮਾਂ ਬਿਲਕੁਲ ਠੀਕ ਹੈ, ਉਹ ਇਸ ਟਾਈਮ ਖਾਣਾ ਖਾਣ ਤੋਂ ਬਾਅਦ ਸੌਂ ਜਾਂਦੇ ਹਨ। ਦੋਨਾਂ ਦੀ ਗੱਲ ਸੁਣ ਕੇ ਉਸਦੀ ਸੱਸ ਜਲਦੀ ਨਾਲ ਬੈੱਡ ਤੇ ਪੈ ਗਈ ਤੇ ਸੋਚ ਰਹੀ ਸੀ, ਜੇਕਰ ਨਿਸ਼ਾ ਨੂੰ ਪਤਾ ਲੱਗਾ ਕਿ ਮੈਂ ਆਟਾ ਉਸ ਪਾਣੀ ਨਾਲ ਨਹੀਂ ਗੁੰਨਿਆ ਤਾਂ ਉਹ ਨਾਰਾਜ਼ ਹੋ ਜਾਊ, ਪਰ ਮੈਂ ਆਪਣਾ ਵੀ ਤਾਂ ਸ਼ੱਕ ਦੂਰ ਕਰਨਾ। ਤੇ ਫਿਰ ਉਹ ਤੇਜ਼ੀ ਨਾਲ ਨਿਸ਼ਾ ਦੇ ਕਮਰੇ ਵਿੱਚ ਗਈ ਤੇ ਉੱਥੇ ਇੱਕ ਮੁੰਡਾ ਸੀ ਜਿਸ ਨਾਲ ਨਿਸ਼ਾ ਹੱਸ-ਹੱਸ ਗੱਲਾਂ ਕਰ ਰਹੀ ਸੀ। ਉਸਦੀ ਸੱਸ ਤੇਜ਼ ਆਵਾਜ਼ ਵਿੱਚ ਬੋਲੀ, ਤੂੰ ਇਹ ਕਰਦੀ ਹੈ? ਮੈਨੂੰ ਨੀਂਦ ਦੀ ਦਵਾਈ ਦੇ ਕੇ ਤੂੰ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਰਹੀ ਹੈ। ਮੈਂ ਤੇਰੇ ਤੇ ਇੰਨਾ ਭਰੋਸਾ ਕੀਤਾ, ਤੈਨੂੰ ਧੀ ਮੰਨਿਆ ਤੇ ਤੂੰ ਮੈਨੂੰ ਧੋਖਾ ਦੇ ਰਹੀ ਹੈ। ਚੰਗਾ ਸੀ ਤੈਨੂੰ ਨੂੰਹ ਬਣਾ ਕੇ ਰੱਖਦੀ, ਅਕਲ ਟਿਕਾਣੇ ਰਹਿੰਦੀ। ਆਉਣ ਦੇ ਮੇਰੇ ਪੁੱਤ ਨੂੰ ਤੈਨੂੰ ਤਲਾਕ ਨਾ ਦਿੱਤਾ ਤਾਂ ਤੂੰ ਫੇਰ ਕਹੀਂ। ਨਿਸ਼ਾ ਚੁੱਪ ਖੜੀ ਸਭ ਸੁਣ ਰਹੀ ਸੀ, ਕੁਝ ਨਾ ਬੋਲੀ। ਉਹ ਲੜਕਾ ਉੱਥੋਂ ਜਾ ਚੁੱਕਾ ਸੀ। ਫਿਰ ਰਾਜ ਦੀ ਆਵਾਜ਼ ਆਈ ਤੇ ਉਸ ਨੂੰ ਆਪਣੀ ਮਾਂ ਦੀ ਆਵਾਜ਼ ਵੀ ਆਈ। ਉਹ ਬਾਹਰ ਆਈ ਤਾਂ ਆਪਣੀ ਸੱਸ ਦੇ ਕਮਰੇ ਵਿੱਚ ਗਈ। ਉੱਥੇ ਉਸਦੀ ਮਾਂ, ਰਾਜ ਤੇ ਸੱਸ ਤਿੰਨੋਂ ਹੀ ਸੀ। ਰਾਜ ਨੇ ਕਿਹਾ, ਤੁਸੀਂ ਆਪਣੀ ਧੀ ਨੂੰ ਲੈ ਕੇ ਇੱਥੋਂ ਚਲੇ ਜਾਓ, ਮੈਂ ਇਸ ਨਾਲ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦਾ। ਉਸਦੀ ਸੱਸ ਬੋਲੀ ਕਿ ਪਿਛਲੇ 2 ਮਹੀਨਿਆਂ ਤੋਂ ਮੇਰੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਹੈ, ਮੇਰੇ ਸੌਣ ਤੋਂ ਬਾਅਦ ਉਸ ਨੂੰ ਬੁਲਾਉਂਦੀ ਹੈ ਤੇ ਮੈਨੂੰ ਸ਼ੱਕ ਹੈ ਉਹ ਪੈਸੇ ਵੀ ਇਸ ਨੂੰ ਉਹੀ ਦਿੰਦਾ ਹੈ। ਹੁਣ ਤੁਸੀਂ ਆਪ ਦੱਸੋ, ਕੋਈ ਪੈਸੇ ਕਿਉਂ ਦੇਊਗਾ? ਚੁੱਪ ਸੀ ਉਸਦੀ ਮਾਂ ਨੇ ਕਿਹਾ, ਨਿਸ਼ਾ ਤੂੰ ਆਪਣਾ ਸਮਾਨ ਪੈਕ ਕਰ ਤੇ ਚੱਲ। ਨਿਸ਼ਾ ਕੱਪੜੇ ਪਾਉਣ ਲੱਗੀ ਕਿਉਂਕਿ ਉਹ ਸਮਝ ਗਈ ਸੀ ਕਿ ਹੁਣ ਕੁਝ ਨਹੀਂ ਹੋ ਸਕਦਾ। ਇੰਨੇ ਨੂੰ ਉਹ ਮੁੰਡਾ ਜੋ ਨਿਸ਼ਾ ਦੇ ਕਮਰੇ ਵਿੱਚ ਸੀ ਵਾਪਸ ਆਇਆ ਤੇ ਨਿਸ਼ਾ ਨੂੰ ਕਹਿਣ ਲੱਗਾ ਕਿ ਮੈਨੂੰ ਏਦਾਂ ਨਹੀਂ ਜਾਣਾ ਚਾਹੀਦਾ ਸੀ। ਮੈਂ ਤੁਹਾਡੀ ਸੱਸ ਨੂੰ ਵੇਖ ਕੇ ਡਰ ਗਿਆ, ਪਰ ਘਰ ਜਾ ਕੇ ਲੱਗਾ ਕਿ ਇਹ ਠੀਕ ਨਹੀਂ, ਸੱਚੀ ਗੱਲ ਦੱਸਣੀ ਚਾਹੀਦੀ ਹੈ। ਨਿਸ਼ਾ ਕਹਿਣ ਲੱਗੀ, ਤੁਸੀਂ ਜਾਓ ਸਰ, ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਸਾਡੇ ਘਰ ਦੇ ਮਾਮਲੇ ਵਿੱਚ ਦਖਲ ਦੇਵੇ। ਇੰਨੇ ਨੂੰ ਰਾਜ ਆਇਆ ਤੇ ਸਰ ਨੂੰ ਬੋਲਣ ਲੱਗਾ ਕਿ ਤੁਸੀਂ ਚਲੇ ਜਾਓ, ਨਹੀਂ ਪਤਾ ਨਹੀਂ ਮੈਂ ਕੀ ਕਰ ਦੇਣਾ। ਉਹਨਾਂ ਕਿਹਾ, ਮੇਰੀ ਇੱਕ ਗੱਲ ਸੁਣ ਲਓ, ਮੈਂ ਨਿਸ਼ਾ ਨੂੰ ਸਿਰਫ ਪੜ੍ਹਾਉਣ ਆਉਂਦਾ ਸੀ, ਮੇਰਾ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ। ਉਹ ਇਹ ਕਹਿ ਕੇ ਚਲਾ ਗਿਆ ਤੇ ਰਾਜ ਨੇ ਪੁੱਛਿਆ, ਕੀ ਇਹ ਸੱਚ ਕਹਿ ਰਹੇ ਸੀ? ਨਿਸ਼ਾ ਨੇ ਕਿਹਾ, ਹਾਂਜੀ। ਤੇ ਉਹ ਤਿੰਨੋਂ ਸ਼ਰਮਿੰਦਾ ਹੋਏ। ਨਿਸ਼ਾ ਨੇ ਕਿਹਾ ਕਿ ਮੈਂ ਪੇਪਰਾਂ ਦੀ ਤਿਆਰੀ ਕਰ ਰਹੀ ਸੀ ਕਿਉਂਕਿ ਮੈਨੂੰ ਤੁਸੀਂ ਕਾਲਜ ਜਾਣ ਤੋਂ ਮਨਾ ਕੀਤਾ ਸੀ। ਮਾਂ ਨੇ ਮੈਨੂੰ ਕਿਹਾ ਸੀ ਵਿਆਹ ਤੋਂ ਬਾਅਦ ਤੈਨੂੰ ਕਿਸੇ ਨੇ ਨਹੀਂ ਰੋਕਣਾ ਪੜ੍ਹਨ ਤੋਂ, ਪਰ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ।
ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਮੈਂ ਆਪਣੀ ਪੜ੍ਹਾਈ ਪੂਰੀ ਕਰਨ ਲਈ ਟਿਊਸ਼ਨ ਰੱਖੀ ਸੀ ਤੇ ਉਹ ਪੈਸੇ ਮੈਂ ਤੁਹਾਨੂੰ ਦੁਕਾਨ ਦੇ ਕਿਰਾਏ ਵਿੱਚ ਦਿੰਦੀ ਸੀ ਜੋ ਮੇਰੇ ਪਾਪਾ ਨੇ ਮੇਰੇ ਨਾਲ ਕੀਤੀ ਸੀ। ਸਾਰੇ ਨਿਸ਼ਾ ਤੋਂ ਮਾਫ਼ੀ ਮੰਗਣ ਲੱਗੇ। ਨਿਸ਼ਾ ਨੇ ਵੀ ਕਿਹਾ ਮੈਨੂੰ ਵੀ ਮਾਫ਼ ਕਰ ਦਿਓ ਤੇ ਫਿਰ ਉਹਦੀ ਸੱਸ ਨੇ ਕਿਹਾ ਕਿ ਜਾ ਕੇ ਪੜ੍ਹ ਲੈ ਕਿਤੇ ਫੇਲ ਨਾ ਹੋ ਜਾਵੀਂ। ਸਭ ਹੱਸਣ ਲੱਗੇ। ਦੋਸਤੋ ਸਾਨੂੰ ਹਰ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ। ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜ਼ਿਆਦਾ ਤੋਂ ਜ਼ਿਆਦਾ ਇਸ ਕਹਾਣੀ ਨੂੰ ਸ਼ੇਅਰ ਕਰਿਓ ਜੀ। ਤੇ ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਤੁਸੀਂ ਪੇਂਡੂ ਵਿਰਸਾ ਕਹਾਣੀ ਨੂੰ ਸਪੋਰਟ ਕਰੋ। ਆਪਣਾ ਤੇ ਆਪਣੇ ਦਾ ਧਿਆਨ ਰੱਖੋ। ਫਿਰ ਮਿਲਾਂਗੇ ਜੀ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।